ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਖਿਲਾਰੇ.com ਵੱਲੋਂ ਤੁਹਾਡੇ ਲਈ ਅੱਜ ਲੈ ਕੇ ਆਇਆ ਪੋਲੀਟੀਕਲ ਸਾਇੰਸ ਦਾ ਇਹ ਲੈਕਚਰ। ਇਸ ਸੀਰੀਜ਼ ਦੇ ਵਿੱਚ ਅਸੀਂ ਕਈ ਪਾਰਟਸ ਦੇ ਵਿੱਚ ਸਾਰੇ ਪੋਲੀਟੀਕਲ ਸਾਇੰਸ ਕਵਰ ਕਰਾਂਗੇ। ਇਹ ਸੀਰੀਜ਼ ਬਣਾਉਣ ਦਾ ਮਕਸਦ ਹੈ ਕਿ ਤੁਹਾਨੂੰ ਪੀਪੀਐਸਸੀ ਲੈਵਲ ਦੀ ਪੰਜਾਬੀ ਦੇ ਵਿੱਚ ਇੱਕ ਸੀਰੀਜ਼ ਪ੍ਰੋਵਾਈਡ ਕੀਤੀ ਜਾਵੇ, ਕਿਉਂਕਿ ਅਸੀਂ ਕਾਫੀ ਸਰਚ ਕੀਤੀ ਹੈ YouTube ਦੇ ਉੱਤੇ। ਇਸ ਲੈਵਲ ਦੀ ਕੋਈ ਖਾਸ ਪੋਲੀਟੀਕਲ ਸਾਇੰਸ ਦੀ ਸੀਰੀਜ਼ ਨਹੀਂ ਹੈਗੀ ਜਿਹਦੇ ਤੋਂ ਬੱਚੇ ਪੀਪੀਐਸਸੀ ਲੈਵਲ ਦੀ ਪ੍ਰੈਪਰੇਸ਼ਨ ਕਰ ਸਕਣ। ਸੋ ਲੈਟਸ ਬਿਗਿਨ। ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ, ਪਹਿਲੇ ਕੁਐਸਚਨ ਤੋਂ ਅਸੀਂ ਸਟਾਰਟ ਕਰਦੇ ਹਾਂ। ਸਾਡਾ ਪਹਿਲਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ 1773 ਦੇ ਰੈਗੂਲੇਟਿੰਗ ਐਕਟ ਸੰਬੰਧੀ ਕਿਹੜਾ ਕਥਨ ਸਹੀ ਹੈ? ਇਹ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਮਾਮਲਿਆਂ ਨੂੰ ਕੰਟਰੋਲ ਅਤੇ ਨਿਯਮਿਤ ਕਰਨ ਲਈ ਉਠਾਇਆ ਗਿਆ ਪਹਿਲਾ ਕਦਮ ਸੀ। ਸੈਕੰਡ ਸਟੇਟਮੈਂਟ ਹੈ, ਇਸ ਵਿੱਚ ਪਹਿਲੀ ਵਾਰ ਕੰਪਨੀ ਦੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਕਾਰਜਾਂ ਨੂੰ ਮਾਨਤਾ ਦਿੱਤੀ ਗਈ ਸੀ। ਥਰਡ ਸਟੇਟਮੈਂਟ ਹੈ, ਇਸ ਵਿੱਚ ਕੰਪਨੀ ਦੇ ਨੌਕਰਾਂ ਨੂੰ ਨਿੱਜੀ ਵਪਾਰ ਕਰਨ ਦੀ ਅਨੁਮਤੀ ਦਿੱਤੀ ਗਈ ਸੀ। ਜਿਹੜਾ ਸਾਡਾ ਸਭ ਤੋਂ ਪਹਿਲਾ ਕਥਨ ਹੈ, ਪਹਿਲੀ ਸਟੇਟਮੈਂਟ ਹੈ, ਇਹ ਬਿਲਕੁਲ ਠੀਕ ਹੈ। ਇਹ ਬ੍ਰਿਟਿਸ਼ ਸਰਕਾਰ ਦੁਆਰਾ ਜਿਹੜੀ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਭੇਜੀ ਗਈ ਸੀ, ਸ਼ੁਰੂ ਦੇ ਵਿੱਚ ਵਪਾਰ ਕਰਨ ਵਾਸਤੇ, ਤੇ ਬਾਅਦ ਚ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਵੀ ਕਰਨੀ ਸ਼ੁਰੂ ਕਰਤੀ ਸੀ। ਕਈ ਏਰੀਆਜ਼ ਦੇ ਵਿੱਚ ਆਪਣੇ ਕਿਲੇਬੰਦੀ ਕਰ ਲਈ, ਉੱਥੇ ਅਟੈਕ ਕਰਕੇ ਉੱਥੋਂ ਦੀ ਲੈਂਡ ਸੀ ਜਿਹੜੀ ਉਹਨੂੰ ਐਕਵਾਇਰ ਕਰ ਲਿਆ, ਆਪਦੇ ਕੰਟਰੋਲ 'ਚ ਲੈ ਲਿਆ। ਤੇ ਹਜੇ ਤੱਕ ਜਿਹੜਾ ਕੁਝ ਇਹ ਕੀਤਾ ਜਾ ਰਿਹਾ ਸੀ, ਇਹ ਇੱਕ ਕੰਪਨੀ ਲੈਵਲ ਤੇ ਕੀਤਾ ਜਾ ਰਿਹਾ ਸੀ। ਬਟ ਬ੍ਰਿਟੇਨ ਦੀ ਗਵਰਨਮੈਂਟ ਦਾ ਜਾਂ ਬ੍ਰਿਟੇਨ ਦੇ ਕਰਾਊਨ ਦਾ ਇੰਟਰਫੇਰੈਂਸ ਜੋ ਫਸਟ ਟਾਈਮ ਹੋਇਆ ਲੀਗਲੀ ਔਨ ਡਾਕੂਮੈਂਟਸ, ਉਹ 1773 ਦੇ ਵਿੱਚ ਹੋਇਆ ਇਸ ਐਕਟ ਦੇ ਥਰੂ। ਇਹ ਪਹਿਲਾ ਐਸਾ ਐਕਟ ਸੀ ਜਿਹਦੇ ਥਰੂ ਕਰਾਊਨ ਨੇ ਜਾਂ ਉੱਥੋਂ ਦੀ ਕਾਉਂਸਲ ਨੇ ਡਾਇਰੈਕਟਲੀ ਇੰਡੀਆ ਦੇ ਵਿੱਚ ਕੰਟਰੋਲ ਕਰਨਾ ਸ਼ੁਰੂ ਕੀਤਾ ਸੀ। ਸੈਕਿੰਡ ਹੈ, ਇਸ ਵਿੱਚ ਪਹਿਲੀ ਵਾਰ ਕੰਪਨੀ ਦੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਕਾਰਜਾਂ ਨੂੰ ਮਾਨਤਾ ਦਿੱਤੀ ਗਈ ਸੀ। ਇਹ ਸਟੇਟਮੈਂਟ ਵੀ ਬਿਲਕੁਲ ਠੀਕ ਹੈ। ਫਸਟ ਸਟੇਟਮੈਂਟ ਵੀ ਬਿਲਕੁਲ ਠੀਕ ਸੀ। ਇਹਦੇ 'ਚ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕਾਰਜਾਂ ਨੂੰ ਮਾਨਤਾ ਦਿੱਤੀ ਗਈ ਸੀ। ਫਸਟ ਟਾਈਮ ਬੰਗਾਲ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀ ਇਸ ਰੈਗੂਲੇਟਿੰਗ ਐਕਟ ਦੇ ਥਰੂ। ਇਸ ਐਕਟ ਵਿੱਚ ਮੇਨ 4 ਜਿਹੜੇ ਕੰਮ ਕੀਤੇ ਗਏ ਸੀ, 4 ਰੂਲਸ ਲੈ ਕੇ ਆਏ ਗਏ ਸੀ। ਸਭ ਤੋਂ ਪਹਿਲੀ ਗੱਲ ਤਾਂ 1773 ਦਾ ਜਿਹੜਾ ਰੈਗੂਲੇਟਿੰਗ ਐਕਟ ਸੀ, ਇਹ ਪਹਿਲਾ ਇਸ ਤਰ੍ਹਾਂ ਦਾ ਡਾਕੂਮੈਂਟਡ ਐਕਟ ਸੀਗਾ ਜਿਹੜਾ ਇੰਡੀਆ ਦੇ ਉੱਤੇ ਲਾਗੂ ਕੀਤਾ ਗਿਆ, ਜਿਹਦੇ 'ਚ ਬ੍ਰਿਟਿਸ਼ ਗਵਰਨਮੈਂਟ ਦਾ ਜਾਂ ਬ੍ਰਿਟਿਸ਼ ਕਰਾਊਨ ਦਾ ਡਾਇਰੈਕਟ ਇੰਟਰਫੇਰੈਂਸ ਹੋਇਆ। ਪਹਿਲਾਂ ਜਿਹੜਾ ਕੰਟਰੋਲ ਸੀ ਉਹ ਕੰਪਨੀ ਦੇ ਥਰੂ ਹੀ ਕੀਤਾ ਜਾਂਦਾ ਸੀ, ਕਿਉਂਕਿ ਈਸਟ ਇੰਡੀਆ ਕੰਪਨੀ ਦੇ ਰੂਪ ਦੇ ਵਿੱਚ ਉਹ ਟਰੇਡ ਕਰਨ ਵਾਸਤੇ ਇੰਡੀਆ ਦੇ ਵਿੱਚ ਆਏ ਸੀ। ਹੌਲੀ ਹੌਲੀ ਉਹਨਾਂ ਨੇ ਆਪਦੀਆਂ ਫੈਕਟਰੀਜ਼ ਇੱਥੇ ਐਸਟੈਬਲਿਸ਼ ਕੀਤੀਆਂ। ਉਹਨਾਂ ਨੂੰ ਫੈਕਟਰੀਜ਼ ਨੂੰ ਫੋਰਟੀਫਾਈ ਕਰਨਾ ਸ਼ੁਰੂ ਕਰਤਾ, ਉਹਨਾਂ ਦੀ ਕਿਲਾਬੰਦੀ ਕਰਨੀ ਸ਼ੁਰੂ ਕਰਤੀ। ਫਿਰ ਉੱਥੇ ਛੋਟੀਆਂ ਛੋਟੀਆਂ ਉਹਦੀ ਸੇਫਟੀ ਵਾਸਤੇ ਫੋਰਸਿਸ ਲੈ ਕੇ ਆਉਣ ਲੱਗੇ ਤਾਂ ਉਹਦੇ ਸਹਾਰੇ ਉਹਨਾਂ ਨੇ ਛੋਟੇ ਛੋਟੇ ਏਰੀਆਜ਼ ਤੇ ਕਬਜ਼ਾ ਕਰਨਾ ਸ਼ੁਰੂ ਕਰਤਾ। ਕਬਜ਼ਾ ਕਰਦਿਆਂ ਉਹਨਾਂ ਨੇ ਕਈ ਰਾਜਿਆਂ ਦੇ ਨਾਲ ਮਿਲ ਕੇ ਦੂਜੇ ਰਾਜਿਆਂ ਤੇ ਅਟੈਕ ਕਰਨਾ ਸ਼ੁਰੂ ਕਰਤਾ। ਫਿਰ ਹੌਲੀ ਹੌਲੀ ਇੰਡੀਪੈਂਡੈਂਟਲੀ ਅਟੈਕ ਕਰਨਾ ਸ਼ੁਰੂ ਕਰਤਾ ਤੇ ਇੱਥੋਂ ਤੱਕ ਆਉਂਦੇ ਉਹਨਾਂ ਨੇ ਕਾਫੀ ਏਰੀਆ ਕੈਪਚਰ ਕਰ ਲਿਆ ਸੀ 1773 ਤੱਕ। ਸੋ ਇਹ ਟਾਈਮ ਆ ਗਿਆ ਸੀਗਾ ਵੀ ਕਰਾਊਨ ਇੰਟਰਫੇਅਰ ਕਰੇ। ਕਰਾਊਨ ਨੂੰ ਇਹ ਵੀ ਡਰ ਪੈਦਾ ਹੋ ਗਿਆ ਸੀ ਵੀ ਕਿਤੇ ਜਿਹੜੀ ਈਸਟ ਇੰਡੀਆ ਕੰਪਨੀ ਹੈ, ਇਹਦੇ ਆਫਿਸਰ ਆਪਣਾ ਡਾਇਰੈਕਟ ਕੰਟਰੋਲ ਹੀ ਨਾ ਕਰ ਲੈਣ ਇੰਡੀਆ ਦੇ ਉੱਤੇ, ਤੇ ਕਰਾਊਨ ਨੂੰ ਜਾਂ ਬ੍ਰਿਟਿਸ਼ ਦੇ ਜਿਹੜੇ ਇਸ ਈਸਟ ਇੰਡੀਆ ਕੰਪਨੀ ਦੇ ਜਿਹੜੇ ਇਨਵੈਸਟਰ ਸੀ ਉਹਨਾਂ ਨੂੰ ਦਰਕਨਾਰ ਕਰ ਦੇਣ। ਤਾਂ ਕਰਕੇ ਉਹਨਾਂ ਨੇ 1773 ਦੇ ਵਿੱਚ ਇਹ ਐਕਟ ਲੈ ਕੇ ਆਂਦਾ। ਇਸ ਐਕਟ ਦੇ ਵਿੱਚ ਪਹਿਲੀ ਜਿਹੜੀ ਸਭ ਤੋਂ ਗੱਲ ਸੀ ਉਹ ਇਹ ਸੀਗੀ ਵੀ ਇੱਕ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀ ਬੰਗਾਲ ਦਾ। ਦੂਜੀ ਜਿਹੜੀ ਮੇਨ ਗੱਲ ਇਹਦੇ ਵਿੱਚ ਸੀਗੀ ਕਿ ਇੱਕ ਕੋਰਟ ਐਸਟੈਬਲਿਸ਼ ਕੀਤਾ ਗਿਆ ਸੀ। ਅੱਗੇ ਆਉਣ ਵਾਲੇ ਕੁਐਸਚਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਉਹ ਕਿੱਥੇ ਐਸਟੈਬਲਿਸ਼ ਕੀਤਾ ਗਿਆ ਸੀ। ਤੀਸਰਾ ਜਿਹੜਾ ਪੁਆਇੰਟ ਹੈ, ਇਹਦੇ ਵਿੱਚ ਜਿਹੜੇ ਆਫਿਸਰਸ ਆਪਣਾ ਪਰਸਨਲ ਲੈਵਲ ਤੇ ਟਰੇਡ ਕਰਨ ਲੱਗ ਗਏ ਸੀ, ਉਹਨਾਂ ਦਾ ਟਰੇਡ ਬੰਦ ਕਰ ਦਿੱਤਾ ਗਿਆ ਸੀ। ਉਹ ਕੀ ਕਰਦੇ ਸੀ, ਇੱਥੋਂ ਕੰਪਨੀ ਦੀ ਜੌਬ ਵੀ ਕਰਦੇ ਸੀ, ਕੰਪਨੀ ਤੋਂ ਸੈਲਰੀ ਵੀ ਲਈ ਜਾਂਦੇ ਸੀ, ਪਰ ਪੈਰਲਲੀ ਆਪਣਾ ਜਿਹੜਾ ਟਰੇਡ ਸੀ, ਪਰਸਨਲ ਟਰੇਡ, ਉਹ ਵੀ ਕਰਦੇ ਸੀਗੇ। ਇੱਥੋਂ ਪੈਸੇ ਲੈ ਕੇ ਜਾਂ ਇੱਥੋਂ ਸ਼ਿਪਸ ਲੈ ਕੇ ਬਿਨਾਂ ਕਿਸੇ ਦੀ ਇਨਫੋਰਮੇਸ਼ਨ ਦੇ ਉਹ ਚਲੇ ਜਾਂਦੇ ਸੀ ਇੰਗਲੈਂਡ ਜਾਂ ਹੋਰ ਕੰਟਰੀਜ਼ ਦੇ ਵਿੱਚ। ਉੱਥੇ ਉਹ
ਸਮਾਨ ਵੇਚ ਕੇ ਵਾਪਸ ਇੱਥੇ ਆ ਜਾਂਦੇ ਸੀ, ਕਿਉਂਕਿ ਇੰਗਲੈਂਡ ਤੋਂ ਇੱਥੇ ਕਮਿਊਨੀਕੇਸ਼ਨ ਬਹੁਤ ਔਖਾ ਹੁੰਦਾ ਸੀ, ਸ਼ਿਪਸ ਦੇ ਥਰੂ ਹੀ ਹੁੰਦਾ ਸੀ। ਉਦੋਂ ਟੈਲੀਫੋਨ ਵਗੈਰਾ ਨਹੀਂ ਸੀ, ਕੁਝ ਟੈਲੀਗ੍ਰਾਮ ਵਗੈਰਾ ਨਹੀਂ ਸੀ, ਇਸ ਕਰਕੇ ਟਾਈਮ ਇੰਨਾ ਲੱਗ ਜਾਂਦਾ ਸੀਗਾ ਟਰੈਵਲ ਕਰਨ ਦੇ ਉੱਤੇ, ਵੀ ਇੱਥੋਂ ਇਨਫੋਰਮੇਸ਼ਨ ਜਦੋਂ ਤੱਕ ਪਹੁੰਚਦੀ ਉਦੋਂ ਤੱਕ ਉਹ ਆਪਣਾ ਜਿਹੜਾ ਕੋਈ ਘਾਲਾ ਮਾਲਾ ਕਰਨਾ ਹੁੰਦਾ ਸੀ ਕਰ ਦਿੰਦੇ ਸੀ। ਥਰਡ ਹੈ, ਇਸ ਵਿੱਚ ਕੰਪਨੀ ਦੇ ਨੌਕਰਾਂ ਨੂੰ ਨਿੱਜੀ ਵਪਾਰ ਕਰਨ ਦੀ ਅਨੁਮਤੀ ਦਿੱਤੀ ਗਈ। ਨਹੀਂ ਜੀ, ਇਹ ਪੁਆਇੰਟ ਸਾਡਾ ਬਿਲਕੁਲ ਗਲਤ ਹੈ, ਕਿਉਂਕਿ ਇਸ ਐਕਟ ਦੇ ਥਰੂ ਉਹਨਾਂ ਨੂੰ ਉਲਟਾ ਰੋਕਿਆ ਗਿਆ ਸੀ ਨਿੱਜੀ ਵਪਾਰ ਕਰਨ ਤੋਂ। ਤਾਂ ਸਾਡਾ ਆਨਸਰ ਜਿਹੜਾ ਬਣਦਾ ਹੈ, ਪਹਿਲੀ ਤੇ ਦੂਜੀ ਸਟੇਟਮੈਂਟ ਸਹੀ ਹੈ, ਸੋ ਏ ਇਜ਼ ਆਵਰ ਆਨਸਰ। ਨੈਕਸਟ ਹੈਗਾ ਜਿਹੜਾ 1773 ਦੇ ਰੈਗੂਲੇਟਿੰਗ ਐਕਟ ਸੰਬੰਧੀ ਕਿਹੜਾ ਕਥਨ ਸਹੀ ਹੈ। ਪਹਿਲੀ ਸਟੇਟਮੈਂਟ ਹੈ, ਇਸ ਵਿੱਚ ਸਭ ਤੋਂ ਪਹਿਲਾਂ ਬੰਗਾਲ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀ। ਬਿਲਕੁਲ, ਇਹ ਸਟੇਟਮੈਂਟ ਠੀਕ ਹੈ। ਇਸ ਐਕਟ ਅਧੀਨ ਪਹਿਲੀ ਵਾਰ ਕਲਕੱਤਾ ਵਿਖੇ ਸਰਵਉੱਚ ਅਦਾਲਤ ਦੀ ਨਿਯੁਕਤੀ ਕੀਤੀ ਗਈ ਸੀ। ਬਿਲਕੁਲ ਠੀਕ ਹੈ ਜੀ। ਫਸਟ ਟਾਈਮ ਜਿਹੜਾ ਅੱਜ ਦੇ ਟਾਈਮ ਆਪਣਾ ਕੈਲਕਟਾ ਹੈ, ਇੱਥੇ ਕੋਲਕਾਤਾ, ਅੱਜ ਕੱਲ੍ਹ ਤੈਨੂੰ ਕੋਲਕਾਤਾ ਕਿਹਾ ਜਾਂਦਾ ਹੈ, ਇਹਦੇ ਵਿੱਚ ਫਸਟ ਜਿਹੜੀ ਇਹਨਾਂ ਨੇ ਆਪਦੀ ਸਰਵਉੱਚ ਅਦਾਲਤ ਉਹ ਐਸਟੈਬਲਿਸ਼ ਕੀਤੀ ਸੀ, ਜਿਹੜੀ ਕਿ ਬ੍ਰਿਟਿਸ਼ ਆਫਿਸਰ ਨੂੰ ਕੰਟਰੋਲ ਕਰਨ ਵਾਸਤੇ ਤੇ ਇੰਡੀਆ ਦੇ ਵਿੱਚ ਲਾਅ ਤੇ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨ ਵਾਸਤੇ ਮੇਨਲੀ ਬੰਗਾਲ ਦੇ ਵਿੱਚ ਇਹ ਜਿਹੜੀ ਅਦਾਲਤ ਸੀ ਉਹ ਬਣਾਈ ਗਈ ਸੀ। ਥਰਡ ਸਟੇਟਮੈਂਟ ਹੈ, ਇਸ ਵਿੱਚ ਕੰਪਨੀ ਦੀ ਸਹਾਇਤਾ ਲਈ 4 ਮੈਂਬਰੀ ਕਾਰਜਕਾਰੀ ਕਮੇਟੀ ਦੀ ਸਥਾਪਨਾ ਕੀਤੀ ਗਈ। ਹਾਂਜੀ, ਇਹ ਬਿਲਕੁਲ ਪੁਆਇੰਟ ਠੀਕ ਹੈ। ਇਹ ਕਮੇਟੀ ਬਣਾਉਣ ਦੇ ਬੇਸਿਕਲੀ 2 ਮੇਨ ਮਕਸਦ ਸੀ। ਫਸਟ ਇਜ਼ ਟੂ ਹੈਲਪ ਗਵਰਨਰ ਜਨਰਲ ਟੂ ਮੈਨੇਜ ਦਾ ਏਰੀਆ ਅੰਡਰ ਕੰਪਨੀ। ਦੂਜਾ ਜਿਹੜਾ ਇਹਦੇ ਵਿੱਚ ਮੇਨ ਮਕਸਦ ਉਹ ਇਹ ਸੀਗਾ ਵੀ ਕੰਪਨੀ ਤੋਂ ਬਾਹਰ ਦੀ ਹੋ ਕੇ ਆਫਿਸਰ ਕੁਝ ਨਾ ਕਰ ਸਕਣ। ਜਿਹੜੇ ਕੰਪਨੀ ਦੇ ਪਾਰਟਨਰ ਸੀਗੇ, ਜਿਹੜੇ ਕੰਪਨੀ ਦੇ ਇਨਵੈਸਟਰ ਸੀਗੇ, ਉਹਨਾਂ ਦੇ ਥਰੂ ਇਹ 4 ਮੈਂਬਰੀ ਜਿਹੜੀ ਕਮੇਟੀ ਸੀ ਉਹ ਚੁਣੀ ਜਾਂਦੀ ਸੀ। ਇਹ ਬੰਦੇ ਚੈੱਕ ਰੱਖਦੇ ਸੀ ਬਰਾਬਰ ਕਿ ਜਿਹੜਾ ਗਵਰਨਰ ਜਨਰਲ ਹੈ ਉਹ ਜਾਂ ਇੱਥੋਂ ਦੇ ਜਿਹੜੇ ਕੰਪਨੀ ਦੇ ਹੋਰ ਆਫਿਸਰ ਨੇ ਉਹ ਕੁਝ ਗਲਤ ਤਾਂ ਨਹੀਂ ਕਰ ਰਹੇ ਜਿਹੜਾ ਕੰਪਨੀ ਦੇ ਫੇਵਰ 'ਚ ਨਾ ਜਾਂਦਾ ਹੋਵੇ। ਤਾਂ ਇੱਥੋਂ ਜਿਹੜਾ ਸਾਡਾ ਆਨਸਰ ਹੈ ਇਹਦਾ, ਤਿੰਨੇ ਸਟੇਟਮੈਂਟ ਸਹੀ ਹੈ, ਉਪਰੋਕਤ ਸਾਰੇ ਸਹੀ, ਬੀ ਆਨਸਰ ਬਣਦਾ ਹੈ। ਨੈਕਸਟ ਸਟੇਟਮੈਂਟ ਹੈ, 1773 ਦੇ ਰੈਗੂਲੇਟਿੰਗ ਐਕਟ ਵਿੱਚ ਕਿਸ ਨੂੰ ਬੰਗਾਲ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ। ਤਾਂ ਸਾਡੇ ਕੋਲ ਜਿਹੜੀਆਂ ਆਪਸ਼ਨਸ ਹੈ, ਲਾਰਡ ਵਿਲੀਅਮ ਬੈਂਟਿਕ, ਲਾਰਡ ਕੈਨਿੰਗ, ਲਾਰਡ ਵਾਰਨ ਹੇਸਟਿੰਗ ਜਾਂ ਫੋਰਥ ਹੈ ਲਾਰਡ ਡਲਹੌਜੀ। ਦੇਖੋ, ਇਹ ਇੱਕ ਇੰਪੋਰਟੈਂਟ ਕੁਐਸਚਨ ਹੈ, ਇਹ ਸਾਨੂੰ ਯਾਦ ਰੱਖਣਾ ਪੈਣਾ ਕਿ ਪਹਿਲਾ ਗਵਰਨਰ ਜਨਰਲ ਆਫ ਬੰਗਾਲ ਕੌਣ ਸੀ, ਪਹਿਲਾ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ, ਪਹਿਲਾ ਵਾਇਸਰਾਏ ਆਫ ਇੰਡੀਆ ਕੌਣ ਸੀ, ਆਜ਼ਾਦੀ ਦੇ ਟਾਈਮ ਤੇ ਵਾਇਸਰਾਏ ਕੌਣ ਸੀ ਇੰਡੀਆ ਦਾ। ਇਸ ਦੀ ਕੁਝ ਇਸ ਤਰ੍ਹਾਂ ਦੇ ਜਿਹੜੇ ਫੈਕਟਸ ਹੈ ਨਾ, ਇਹਨਾਂ ਦੀ ਇੱਕ ਲਿਸਟ ਵੀ ਅਸੀਂ ਬਣਾ ਕੇ ਇੱਕ ਲੈਕਚਰ ਤੁਹਾਨੂੰ ਆਨਲਾਈਨ ਪ੍ਰੋਵਾਈਡ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਤਾਂ ਇਸ ਕੁਐਸਚਨ ਦਾ ਜਿਹੜਾ ਸਾਡਾ ਆਨਸਰ ਹੈ, ਇਟ ਇਜ਼ ਲਾਰਡ ਵਾਰਨ ਹੇਸਟਿੰਗ। ਇਹਨਾਂ ਨੂੰ ਪਹਿਲੀ ਵਾਰੀ ਬੰਗਾਲ ਦਾ ਗਵਰਨਰ ਜਨਰਲ ਬਣਾਇਆ ਗਿਆ ਸੀ 1773 ਦੇ ਰੈਗੂਲੇਟਿੰਗ ਐਕਟ ਦੇ ਥਰੂ। ਫੋਰਥ ਕੁਐਸਚਨ ਹੈ, ਭਾਰਤ ਵਿੱਚ ਕਿਸ ਐਕਟ ਅਧੀਨ ਕੰਪਨੀ ਦੇ ਖੇਤਰ ਬ੍ਰਿਟਿਸ਼ ਸੰਪਤੀ ਕਹਾਉਣ ਲੱਗੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਇਹਨਾਂ ਨੇ ਕਾਫੀ ਏਰੀਆ ਐਕਵਾਇਰ ਕਰ ਲਿਆ ਸੀ, ਕਾਫੀ ਏਰੀਆ ਦੇ ਵਿੱਚ ਆਪਣਾ ਕੰਟਰੋਲ ਕਰ ਲਿਆ ਸੀ। ਪਰ ਇਸ ਤੋਂ ਪਹਿਲਾਂ ਜੋ ਐਕਟ ਆਪਾਂ ਆਪਣੇ ਇਸ ਕੁਐਸਚਨ 'ਚ ਪੁੱਛਿਆ ਗਿਆ, ਇਸ ਐਕਟ ਤੋਂ ਪਹਿਲਾਂ ਇਹ ਡਾਇਰੈਕਟਲੀ ਈਸਟ ਇੰਡੀਆ ਕੰਪਨੀ ਦਾ ਏਰੀਆ ਸੀਗਾ। ਪਰ ਇੱਕ ਐਕਟ ਆਇਆ ਜਿਹਦੇ ਤਹਿਤ ਇਹਨਾਂ ਨੇ ਸਾਰੀ ਜੋ ਵੀ ਸੰਪਤੀ ਈਸਟ ਇੰਡੀਆ ਨੇ ਕੈਪਚਰ ਕੀਤੀ ਸੀ ਉਹ ਬ੍ਰਿਟਿਸ਼ ਸੰਪਤੀ ਬਣ ਗਈ। ਤਾਂ ਇਹ ਐਕਟ ਕਿਹੜਾ ਸੀ? ਇਹ ਐਕਟ ਸੀ 1774 ਦਾ ਪਿਟਸ ਇੰਡੀਆ ਐਕਟ। ਨੈਕਸਟ ਕੁਐਸਚਨ ਹੈ, 1833 ਦੇ ਚਾਰਟਰ ਐਕਟ ਸੰਬੰਧੀ ਕਿਹੜਾ ਕਥਨ ਸਹੀ ਹੈ। ਸਾਡੇ ਕੋਲ 3 ਕਥਨ ਨੇ, 3 ਸਟੇਟਮੈਂਟਸ ਨੇ, ਅਸੀਂ ਇਹਨਾਂ 'ਚੋਂ ਚੈੱਕ ਕਰਨਾ ਹੈ ਕਿ ਕਿਹੜੀ ਸਟੇਟਮੈਂਟ ਠੀਕ ਹੈ। ਇਸ ਵਿੱਚ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀ। ਲਾਰਡ ਕੈਨਿੰਗ ਪਹਿਲਾ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀ। ਥਰਡ ਸਟੇਟਮੈਂਟ ਹੈ, ਲਾਰਡ ਵਿਲੀਅਮ ਬੈਂਟਿਕ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀ। ਹੁਣ ਇਸ ਤਰ੍ਹਾਂ ਦੇ
ਇਸ ਤਰ੍ਹਾਂ ਦੇ ਕੁਝ ਕੁਐਸਚਨ ਪੀਪੀਐਸਸੀ ਵੱਲੋਂ ਪਾਏ ਜਾਂਦੇ ਆ ਜਾਂ ਯੂਪੀਐਸਸੀ ਦੇ ਐਗਜ਼ਾਮਸ 'ਚ ਵੀ ਇਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਆ। ਸਾਨੂੰ ਨੀਚੇ ਵਾਲੀਆਂ ਦੋ ਸਟੇਟਮੈਂਟਸ ਤੋਂ ਇਹ ਗੱਲ ਕਲੀਅਰ ਹੋ ਗਈ ਵੀ ਪਹਿਲਾ ਗਵਰਨਰ ਜਨਰਲ ਇਸੇ ਐਕਟ ਦੇ ਥਰੂ ਹੀ ਬਣਾਇਆ ਗਿਆ ਸੀ, ਆਲਮੋਸਟ ਇਹ ਸ਼ੋਰ ਹੋ ਜਾਂਦਾ। ਹੁਣ ਕਨਫਿਊਜ਼ਨ ਰਹਿ ਗਈ ਕਿ ਲਾਰਡ ਕੈਨਿੰਗ ਨੂੰ ਬਣਾਇਆ ਗਿਆ ਸੀ ਜਾਂ ਲਾਰਡ ਵਿਲੀਅਮ ਬੈਂਟਿਕ ਨੂੰ। ਤਾਂ ਸੀ ਹੈ ਜਿਹੜਾ ਉਹ ਵੀ ਆਪਸ਼ਨ ਸਾਡਾ ਐਲੀਮੀਨੇਟ ਹੋ ਗਿਆ, ਡੀ ਹੈ ਜਿਹੜਾ ਉਹ ਵੀ ਐਲੀਮੀਨੇਟ ਹੋ ਗਿਆ, ਰਹਿ ਗਿਆ ਏ ਜਾਂ ਬੀ ਚੋਂ। ਤਾਂ ਇਸ ਦੇ ਵਿੱਚ ਜਿਹੜਾ ਲਾਰਡ ਕੈਨਿੰਗ ਹੈ ਉਹਨਾਂ ਨੂੰ ਵੀ ਪਹਿਲਾ ਭਾਰਤ ਦਾ ਗਵਰਨਰ ਜਨਰਲ ਨਹੀਂ ਬਣਾਇਆ ਗਿਆ ਸੀ। ਪਹਿਲੇ ਉਹ ਵੀ ਕੁਝ ਨਾ ਕੁਝ ਬਣੇ ਸੀ, ਉਹ ਆਪਾਂ ਆਉਣ ਵਾਲੇ ਕੁਐਸਚਨ 'ਚ ਦੇਖਦੇ ਹਾਂ, ਬਟ ਪਹਿਲੇ ਗਵਰਨਰ ਜਨਰਲ ਨਹੀਂ ਬਣੇ ਸੀ। ਪਹਿਲੀ ਜਿਹੜੀ ਸਾਡੀ ਸਟੇਟਮੈਂਟ ਹੈ ਉਹ ਵੀ ਠੀਕ ਹੋ ਗਈ, ਸੈਕਿੰਡ ਗਲਤ ਹੋ ਗਈ, ਤਾਂ ਥਰਡ ਹੈ ਜਿਹੜੀ ਉਹ ਵੀ ਸਹੀ ਹੋ ਗਈ। ਤਾਂ ਇਹਦਾ ਆਨਸਰ ਜਿਹੜਾ ਆਪਣਾ ਬੀ, ਪਹਿਲਾ ਅਤੇ ਤੀਜਾ ਸਹੀ ਹੈ। ਨੈਕਸਟ ਕੁਐਸਚਨ ਹੈ 1853 ਦੇ ਚਾਰਟਰ ਐਕਟ ਸੰਬੰਧੀ ਕਿਹੜਾ ਕਥਨ ਸਹੀ ਹੈ? ਇਹ ਕੰਪਨੀ ਦਾ ਆਖਰੀ ਐਕਟ ਸੀ। ਇਸ ਵਿੱਚ ਕੰਪਨੀ ਨੇ ਪਹਿਲੀ ਵਾਰ ਗਵਰਨਰ ਜਨਰਲ ਦੀ ਕਾਰਜਕਾਰੀ ਅਤੇ ਵਿਧਾਇਕ ਕਾਰਜਾਂ ਨੂੰ ਅਲੱਗ ਕੀਤਾ। ਹਾਂਜੀ, ਤਾਂ ਇਸ ਦੇ ਵਿੱਚ ਸਾਡੇ ਕੋਲ ਦੋ ਸਟੇਟਮੈਂਟਸ ਨੇ। ਦੇਖੋ ਜਿਹੜੇ ਐਕਟ ਆਏ ਆ ਨਾ, ਇਹਨਾਂ ਨੂੰ ਯਾਦ ਰੱਖਣਾ ਕਿਵੇਂ ਹੈ, ਇਹਦਾ ਵੀ ਮੈਂ ਤੁਹਾਨੂੰ ਇੱਕ ਤਰੀਕਾ ਆਉਣ ਵਾਲੇ ਟਾਈਮ ਦੇ ਵਿੱਚ ਨਾ ਇੱਕ ਲੈਕਚਰ ਪ੍ਰੋਵਾਈਡ ਕਰਾਵਾਂਗੇ ਅਸੀਂ, ਜਿਹਦੇ ਵਿੱਚ ਅਸੀਂ ਦੱਸਾਂਗੇ ਵੀ ਸਾਰੇ ਦੇ ਸਾਰੇ ਐਕਟ ਕਿਵੇਂ ਬਣਾਏ ਗਏ ਸੀ। ਇੱਕ ਸ਼ਾਰਟਕਟ ਮੈਂ ਤੁਹਾਨੂੰ ਦੱਸ ਵੀ ਦਿੰਦਾ। ਪਹਿਲਾ ਐਕਟ ਆਇਆ ਸੀ 1773 ਦੇ ਵਿੱਚ, ਤਾਂ ਹਰ 20 ਸਾਲ ਬਾਅਦ ਇੱਕ ਐਕਟ ਆਉਂਦਾ ਰਿਹਾ। 1773 ਚ ਆਇਆ, 1793 ਚ ਆਇਆ, 93 ਤੋਂ ਬਾਅਦ 13 ਚ ਆਇਆ, 1813 ਦੇ ਵਿੱਚ, 1813 ਤੋਂ ਬਾਅਦ 1833 ਦੇ ਵਿੱਚ ਆਇਆ, 1833 ਤੋਂ ਬਾਅਦ 1853 ਦੇ ਵਿੱਚ ਆਇਆ। ਤੇ ਹਰ ਇੱਕ ਐਕਟ ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਨੂੰ ਮੋਨੋਪੋਲੀ ਕਰਕੇ ਇੰਡੀਆ ਦੇ ਵਿੱਚ ਟ੍ਰੇਡ ਕਰਨ ਦੀ ਪਰਮਿਸ਼ਨ ਜਿਹੜੀ ਦਿੱਤੀ ਜਾਂਦੀ ਸੀ ਬ੍ਰਿਟਿਸ਼ ਕਰਾਊਨ ਤੇ ਬ੍ਰਿਟਿਸ਼ ਜਿਹੜੀ ਗਵਰਨਮੈਂਟ ਸੀ ਉਹਦੇ ਵੱਲੋਂ। ਠੀਕ ਹੈ, ਇਹ ਧਿਆਨ ਰੱਖਣਾ। ਇਹਦੇ ਵਿੱਚ ਹੋਰ ਵੀ ਕੁਝ ਐਕਟਸ ਆਏ ਸੀ, ਪਰ ਇਹ ਜਿਹੜੇ ਹੈਗੇ ਆ 5-6, ਇਹ ਸਾਰੇ ਦੇ ਸਾਰੇ ਸੀਰੀਜ਼ 'ਚ ਯਾਦ ਰੱਖਣੇ ਸੌਖੇ ਹੈ। ਜੇ ਤੁਹਾਡੇ ਪਹਿਲਾਂ ਯਾਦ ਹੋ ਗਿਆ ਤਾਂ ਉਹਦੇ ਵਿੱਚ 20 ਐਡ ਕਰਦੇ ਜਾਣਾ। 1773, 1793, 1813, 1833 ਤੇ 1853। ਇਹ ਕੰਪਨੀ ਦਾ ਆਖਰੀ ਐਕਟ ਸੀ, ਪਹਿਲੀ ਸਟੇਟਮੈਂਟ ਕਹਿੰਦੀ ਹੈ। ਬਿਲਕੁਲ ਜੀ, ਇਹ ਕੰਪਨੀ ਦਾ ਆਖਰੀ ਜਿਹੜਾ ਹੈਗਾ ਐਕਟ ਸੀਗਾ। ਇਸ ਤੋਂ ਬਾਅਦ ਜਿਹੜਾ ਡਾਇਰੈਕਟ ਰੂਲ ਆ ਗਿਆ ਸੀ ਉਹ ਬ੍ਰਿਟਿਸ਼ ਕਰਾਊਨ ਦਾ ਆ ਗਿਆ ਸੀ। ਬ੍ਰਿਟਿਸ਼ ਦੀ ਜਿਹੜੀ ਰਾਣੀ ਸੀ ਉਹ ਇੱਥੋਂ ਦੀ ਬਾਗਡੋਰ ਉਹਨੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਸੀ ਨੈਕਸਟ ਈਅਰ ਤੋਂ ਬਾਅਦ, ਕਿਉਂਕਿ 1857 ਦੇ ਵਿੱਚ ਕ੍ਰਾਂਤੀ ਹੋ ਗਈ ਸੀ। ਕ੍ਰਾਂਤੀ ਤੋਂ ਬਾਅਦ ਕੰਪਨੀ ਤੋਂ ਲੈ ਕੇ ਸਾਰਾ ਚਾਰਜ ਉਹਨਾਂ ਨੇ ਆਪਣੇ ਹੱਥਾਂ 'ਚ ਲੈ ਲਿਆ ਸੀ। ਇਸ ਵਿੱਚ ਕੰਪਨੀ ਨੇ ਪਹਿਲੀ ਵਾਰ ਗਵਰਨਰ ਜਨਰਲ ਦੀ ਕਾਰਜਕਾਰੀ ਅਤੇ ਵਿਧਾਇਕ ਕਾਰਜਾਂ ਨੂੰ ਅਲੱਗ ਕੀਤਾ। ਬਿਲਕੁਲ ਜੀ, ਇਸ ਐਕਟ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ ਸੀ, ਗਵਰਨਰ ਜਨਰਲ ਦੀ ਕਾਰਜਕਾਰੀ ਨੂੰ ਵੀ ਤੇ ਵਿਧਾਇਕ ਕਾਰਜਾਂ ਨੂੰ ਵੀ। ਸੋ ਇਹਦਾ ਜਿਹੜਾ ਸਾਡਾ ਆਨਸਰ ਹੈ ਇਸ ਕੁਐਸਚਨ ਦਾ ਉਪਰੋਕਤ ਦੋਨੋਂ ਸੀ ਆਨਸਰ ਹੈ। ਨੈਕਸਟ ਆਉਂਦਾ ਨਿਮਨ ਲਿਖਤ ਵਿੱਚ ਕਿਹੜੀ ਕਮੇਟੀ ਸਿਵਲ ਸੇਵਾਵਾਂ ਸੰਬੰਧੀ ਤਿਆਰ ਕੀਤੀ ਗਈ ਸੀ? ਬੈਂਟਿਕ ਕਮੇਟੀ, ਰਾਮਸਰੇ ਕਮੇਟੀ, ਮੈਟਕਾਫ ਕਮੇਟੀ ਜਾਂ ਮੈਕਾਲੇ ਕਮੇਟੀ। ਤਾਂ ਇਹ ਚਾਰੇ ਆਫਿਸਰ ਦੇ ਨਾਮ ਵੀ ਇੰਪੋਰਟੈਂਟ ਹੈ, ਇਹ ਵੀ ਆਪਾਂ ਆਉਣ ਵਾਲੇ ਲੈਕਚਰ ਦੇ ਵਿੱਚ ਕਰਾਂਗੇ ਕਿ ਕਿਹਦੀ ਕੀ ਇੰਪੋਰਟੈਂਸ ਹੈ। ਫਿਲਹਾਲ ਵਾਸਤੇ ਤੁਸੀਂ ਨੋਟ ਕਰ ਲਓ ਕਿ ਮੈਕਾਲੇ ਕਮੇਟੀ ਸੀ ਜਿਹੜੀ ਇਹ ਬਣਾਈ ਗਈ ਸੀ, ਜਿਹੜੀ ਸਿਵਲ ਆਪਣੇ ਸੇਵਾਵਾਂ ਹੁੰਦੀਆਂ ਨੇ ਉਹਦੇ ਰਿਗਾਰਡਿੰਗ, ਜਿਹੜੇ ਯੂਪੀਐਸਸੀ ਕਹਿ ਲਓ ਜਾਂ ਆਈਏਐਸ ਦੀਆਂ ਕਹਿ ਲਓ, ਇਹਨਾਂ ਦੇ ਸੰਬੰਧੀ ਜਿਹੜੀ ਕਮੇਟੀ ਬਣਾਈ ਗਈ ਸੀ ਉਹ ਮੈਕਾਲੇ ਕਮੇਟੀ ਸੀ। ਨੈਕਸਟ ਜਿਹੜਾ ਕੁਐਸਚਨ ਹੈ 1858 ਦੇ ਐਕਟ ਅਧੀਨ ਕਿਹੜਾ ਕਥਨ ਸਹੀ ਹੈ? ਫਿਰ ਸਾਡੇ ਕੋਲੇ ਦੋ ਅੱਗੇ ਸਟੇਟਮੈਂਟਸ ਆ ਗਈਆਂ, ਇਸ ਵਿੱਚ ਅਸੀਂ ਦੇਖਣਾ ਕਿ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ? ਇਸ ਵਿੱਚ ਭਾਰਤ ਦੇ ਗਵਰਨਰ ਜਨਰਲ ਦੇ ਨਾਮ ਤੇ ਇੱਕ ਵਾਇਸਰਾਏ ਦੀ ਸਥਾਪਨਾ ਕੀਤੀ ਗਈ। ਪਹਿਲੀ ਸਟੇਟਮੈਂਟ ਸਾਡੀ ਕਹਿੰਦੀ ਹੈ ਕਿ ਫਸਟ ਟਾਈਮ ਕੋਈ ਨਾ ਕੋਈ ਵਾਇਸਰਾਏ ਬਣਾਤਾ ਸੀ। ਦੇਖਦੇ ਹਾਂ, ਇਸ ਵਿੱਚ ਕੰਪਨੀ ਦਾ ਪ੍ਰਸ਼ਾਸਨ ਬ੍ਰਿਟਿਸ਼ ਕਰਾਊਨ ਦੇ ਅਧੀਨ ਕਰ ਦਿੱਤਾ ਗਿਆ ਸੀ। ਇਸ ਵਿੱਚ ਕੰਪਨੀ ਦਾ ਪ੍ਰਸ਼ਾਸਨ ਬ੍ਰਿਟਿਸ਼ ਕਰਾਊਨ ਦੇ ਅਧੀਨ ਕਰ ਦਿੱਤਾ ਗਿਆ ਸੀ। ਬਿਲਕੁਲ ਸਹੀ, ਬਿਲਕੁਲ ਸਹੀ ਹੈ। ਮੈਂ ਪਿਛਲੇ ਕੁਐਸਚਨ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਜਿਹੜਾ 1853 ਸੀ ਉੱਥੋਂ ਤੱਕ ਹੀ ਈਸਟ ਇੰਡੀਆ ਕੰਪਨੀ ਦਾ ਰੂਲ ਰਿਹਾ ਸੀ, ਉਸ ਤੋਂ ਬਾਅਦ ਬ੍ਰਿਟਿਸ਼ ਕਰਾਊਨ ਦੇ ਅੰਡਰ ਆ ਗਿਆ ਸੀ ਸਾਰਾ ਕੁਝ। ਤਾਂ ਜਿਹੜੀ ਪਹਿਲੀ ਸਟੇਟਮੈਂਟ ਹੈ ਇਹ ਵੀ ਬਿਲਕੁਲ ਠੀਕ ਹੈ, ਕਿਉਂਕਿ ਜਿਹੜਾ ਗਵਰਨਰ ਜਨਰਲ ਹੁੰਦਾ ਸੀ ਉਹ ਈਸਟ ਇੰਡੀਆ ਕੰਪਨੀ ਨਾਲ ਰਿਲੇਟ ਕਰਦਾ ਸੀ
ਪਰ ਜਿਹੜਾ ਵਾਇਸਰਾਏ ਆ ਗਿਆ ਸੀ, ਵਾਇਸਰਾਏ ਜਿਹੜਾ ਡਾਇਰੈਕਟ ਕਰਾਊਨ ਨੂੰ ਰਿਪੋਰਟ ਕਰਦਾ ਸੀ, ਰਾਣੀ ਨੂੰ ਜਾਂ ਰਾਜਾ ਜੋ ਵੀ ਉੱਥੇ ਰੂਲਰ ਸੀ ਉਹਨੂੰ ਉਸ ਟਾਈਮ ਦੇ ਨੂੰ ਰਿਪੋਰਟ ਕਰਦਾ ਸੀ। ਤਾਂ ਦੋਨੋਂ ਸਟੇਟਮੈਂਟਸ ਸਾਡੀਆਂ ਸਹੀ ਹੈ, ਤਾਂ ਇਹਦਾ ਆਨਸਰ ਵੀ ਸਾਡਾ ਆ ਗਿਆ 1 ਤੇ 2, ਸੀ ਆਨਸਰ ਆ ਗਿਆ। 1858 ਦੇ ਐਕਟ ਸਮੇਂ ਕਿਸ ਨੂੰ ਭਾਰਤ ਦਾ ਵਾਇਸਰਾਏ ਨਿਯੁਕਤ ਕੀਤਾ ਗਿਆ? ਹਾਂਜੀ, ਤਾਂ ਸਾਡਾ ਨੈਕਸਟ ਕੁਐਸਚਨ ਆ ਗਿਆ ਕਿ ਵਾਇਸਰਾਏ ਤਾਂ ਅਸੀਂ ਲਾਤਾ 1858 ਚ, ਪਰ ਲਾਇਆ ਕਿਹਨੂੰ? ਲਾਰਡ ਕੈਨਿੰਗ ਨੂੰ ਲਾਇਆ ਗਿਆ, ਲਾਰਡ ਡਲਹੌਜੀ ਨੂੰ ਲਾਇਆ ਗਿਆ, ਲਾਰਡ ਵਿਲੀਅਮ ਬੈਂਟਿਕ ਨੂੰ ਲਾਇਆ ਗਿਆ ਜਾਂ ਲਾਰਡ ਕਰਜ਼ਨ ਨੂੰ ਲਾਇਆ ਗਿਆ? ਪਹਿਲਾ ਵਾਇਸਰਾਏ ਲਾਰਡ ਕੈਨਿੰਗ ਨੂੰ ਲਾਇਆ ਗਿਆ। ਮੈਂ ਤੁਹਾਨੂੰ ਦੱਸਿਆ ਸੀ ਨਾ ਸਾਰੇ ਆਫੀਸਰ ਦਾ ਜਿਹੜੇ ਉਹਨਾਂ ਦਾ ਸਾਡੇ ਕੋਲੇ ਅੱਗੇ ਕੋਈ ਨਾ ਕੋਈ ਰੋਲ ਹੈ, ਤਾਂ ਇਹਦੇ ਵਿੱਚ ਸਾਡੇ ਜਿਹੜੇ ਆਨਸਰ ਹੈ ਉਹ ਹੈ ਲਾਰਡ ਕੈਨਿੰਗ। ਕੁਐਸਚਨ ਨੰਬਰ 10, ਹੇਠ ਲਿਖਿਆਂ ਵਿੱਚੋਂ ਕਿਸ ਲਾਰਡ ਦੇ ਸਦਕਾ ਸਤੀ ਪ੍ਰਥਾ ਦਾ ਖਾਤਮਾ ਰਾਜਾ ਮੋਹਨ ਰਾਏ ਦੇ ਸਮੇਂ ਹੋਇਆ? ਇਹ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਮਾਰਕ ਕਰ ਲਓ। ਰਾਜਾ ਮੋਹਨ ਰਾਏ ਦਾ ਵੀ ਕਾਫੀ ਇੰਪੋਰਟੈਂਟ ਰੋਲ ਹੈ ਸਤੀ ਪ੍ਰਥਾ ਨੂੰ ਖਤਮ ਕਰਨ ਵਾਸਤੇ। ਤਾਂ ਉਸ ਟਾਈਮ ਤੇ ਕੌਣ ਸੀਗਾ ਇੱਥੇ ਜਿਹਨੇ ਇਹ ਖਤਮ ਕਰਨ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ? ਤਾਂ ਇਹਦਾ ਆਨਸਰ ਹੈ ਜੀ ਸਾਡਾ ਲਾਸਟ ਲਾਰਡ ਵਿਲੀਅਮ ਬੈਂਟਿਕ। ਵਿਲੀਅਮ ਬੈਂਟਿਕ ਦੇ ਕਾਰਨ ਹੀ ਇਹ ਜਿਹੜਾ ਸਤੀ ਪ੍ਰਥਾ ਦਾ ਸਿਸਟਮ ਸੀਗਾ ਉਹ ਇੰਡੀਆ ਦੇ ਵਿੱਚ ਖਤਮ ਕੀਤਾ ਗਿਆ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਲੈਕਚਰ। ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਫਰੈਂਡਸ ਦੇ ਵਿੱਚ ਨਾਲ, ਤਾਂ ਕਿ ਉਹ ਵੀ ਸਿੱਖ ਸਕਣ। ਤੇ ਜੇ ਤੁਸੀਂ ਚਾਹੁੰਦੇ ਹੋ ਅੱਗੇ ਤੋਂ ਇਸ ਤਰ੍ਹਾਂ ਦੇ ਲੈਕਚਰਸ ਤੁਹਾਨੂੰ ਮਿਲਣ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਦਿਓ ਤੇ ਮਿਲਦੇ ਹਾਂ ਜਲਦੀ ਨੈਕਸਟ ਲੈਕਚਰ ਲੈ ਕੇ। ਥੈਂਕ ਯੂ।